ਪਹਿਲਾ ਮਾਸੋਂ ਨਿੰਮਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਨਾਨਕ ਦੇਵ ਜੀ ਆਪਣੇ ਮਾਤਾ ਪਿਤਾ ਦੀ ਕਲਿਆਣ ਕਰਕੇ ਸ੍ਰੀ ਨਨਕਾਣੇ ਸਾਹਿਬ ਵਿੱਚੋਂ ਕੁਰੂਕਸ਼ੇਤਰ ਦੇ ਅੰਦਰ ਮਹਾਰਾਜ ਸਾਹਿਬ ਜੀ ਆਏ ਹਨ। ਇੱਥੇ ਸਿੱਧਮੱਟੀ ਗੁਰੂ ਸਾਹਿਬ ਦਾ ਸਥਾਨ ਗੁਰਦੁਆਰਾ ਬਣਿਆ ਹੋਇਆ ਹੈ। ਇਸ ਕੁਰੂਕਸ਼ੇਤਰ ਦੇ ਅੰਦਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਚਰਨ ਪਾਏ ਹਨ ਅਤੇ 6ਵੇਂ ਪਾਤਸ਼ਾਹ ਮਹਾਰਾਜ ਵੀ ਆਏ ਹਨ। ਇਸੇ ਪ੍ਰਕਾਰ 8ਵੇਂ ਪਾਤਸ਼ਾਹ ਮਹਾਰਾਜ ਵੀ ਆਏ ਹਨ। 9ਵੇਂ ਪਾਤਸ਼ਾਹ ਮਹਾਰਾਜ ਸਾਹਿਬ ਆਏ ਹਨ ਥਨੇਸ਼ਰ ਵਿੱਚ। 10ਵੇਂ ਪਾਤਸ਼ਾਹ ਦੇ ਦੋ ਸਥਾਨ ਹੈ, ਇੱਕ ਰਾਜ ਘਾਟ ਦੇ ਉੱਤੇ, ਇੱਕ ਕਿੰਗਰੀਆ ਦਾਦੀ ਅਟਾਰੀ ਵਿੱਚ। ਦੋ ਥਾਵਾਂ 'ਚ ਗੁਰੂ ਸਾਹਿਬ ਦਾ ਸਥਾਨ ਹੈ 10ਵੇਂ ਪਾਤਸ਼ਾਹ ਦਾ। ਇਉਂ ਤਕਰੀਬਨ ਬੇਅੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਚਰਨ ਪਾਏ ਹਨ ਕੁਰੂਕਸ਼ੇਤਰ ਦੇ ਅੰਦਰ। ਗੀਤਾ ਮੰਦਿਰ ਤੋਂ ਥੋੜਾ ਜਿਹਾ ਪਹਾੜ ਦੀ ਵਾਹੀ ਵੱਲ ਨੂੰ ਪੂਰਬ ਵਿੱਚੋਂ ਗੁਰੂ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਸਿੱਧਮੱਟੀ ਉਸ ਸਥਾਨ ਨੂੰ ਕਹਿੰਦੇ ਹਨ। ਜਦੋਂ ਕੁਰੂਕਸ਼ੇਤਰ ਦਾ ਸੂਰਜ ਗ੍ਰਹਿਣ ਦਾ ਮੇਲਾ ਭਰਿਆ, ਇੱਥੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆ ਕੇ ਆਸਣ ਲਾਏ। ਉਸ ਵਕਤ ਜਦੋਂ ਆਸਣ ਲਾਏ, ਸਤਿਗੁਰੂ ਜੀ ਨੇ ਭੇਖੀਆਂ ਪਖੰਡੀਆਂ ਨੂੰ ਖੰਡਨ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਇਰਾਦਾ ਕੀਤਾ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਸਾਰਿਆਂ ਨੂੰ ਇਕੱਠੇ ਨੇੜੇ ਕਰਕੇ ਇਹਨਾਂ ਦਾ ਖੰਡਨ ਕੀਤਾ ਜਾਵੇ, ਇਹਨਾਂ ਨੂੰ ਸੁੱਧ ਰਸਤਾ ਦੱਸਿਆ ਜਾਵੇ। ਇਹ ਵਿਚਾਰ ਕੇ ਗੁਰੂ ਮਹਾਰਾਜ ਸਾਹਿਬ ਬੈਠੇ ਹੀ ਸਨ। ਉਹਨੇ ਚਿਰ ਨੂੰ ਇੱਕ ਪਟਨੇ ਸ਼ਹਿਰ ਦਾ ਰਾਜਾ ਸੀ ਜਿਸ ਦਾ ਸਾਰਾ ਪਰਿਵਾਰ ਮਾਰਿਆ ਗਿਆ। ਇੱਕ ਮਾਤਾ ਬਿਰਧ ਤੇ ਇੱਕ ਉਹ ਰਾਜਪੁੱਤਰ ਜਿਹੜਾ ਸੀ, ਉਹ ਦੋਵੇਂ ਹੀ ਨਿਕਲੇ। ਘੇਰਾ ਪਾ ਕੇ ਪਟਨੇ ਦੇ ਅੰਦਰ ਰਾਜੇ ਹੋਰ ਦੁਸ਼ਮਣ ਨੇ ਮਾਰ ਦਿੱਤੇ ਸਨ। ਇਹਨਾਂ ਨੂੰ ਕੁਰੂਕਸ਼ੇਤਰ ਦੇ ਤੀਰਥ ਦੇ ਉੱਤੇ ਉਸ ਵਕਤ ਆਏ। ਜਦੋਂ ਆਏ ਗੁਰੂ ਮਹਾਰਾਜ, ਇਹਨਾਂ ਦੇ ਪਾਸ ਧਨ ਆਦਿਕ ਸਭ ਜੰਗ ਕਰਦਿਆਂ ਖਰਚ ਹੋ ਗਿਆ ਸੀ, ਕੋਈ ਚੀਜ਼ ਨਹੀਂ ਸੀ। ਇੱਕ ਹਰਨ ਮਾਰ ਕੇ ਇਹ ਲੈ ਕੇ ਆਇਆ ਸੀ ਰਾਜਪੁੱਤਰ। ਗੁਰੂ ਮਹਾਰਾਜ ਸਾਹਿਬ ਦੀ ਉਹੀ ਭੇਟਾ ਕਰ ਦਿੱਤਾ। ਜਦੋਂ ਸਤਿਗੁਰਾਂ ਦੀ ਭੇਟਾ ਕੀਤਾ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿ ਹੁਣ ਇਸ ਤਰੀਕੇ ਨਾਲ ਸਾਰੇ ਇਕੱਠੇ ਹੋ ਜਾਣਗੇ। ਉਸ ਰਾਜਪੁੱਤ ਨੂੰ ਕਿਹਾ ਕਿ ਭਾਈ ਇਸ ਹਰਨ ਨੂੰ ਸਮਾਰ, ਮਟਕਾ ਕੋਰਾ ਲਿਆ ਕੇ ਸਮਾਰ ਕੇ ਉਹਦੇ 'ਚ ਮਸਾਲੇ ਵਗੈਰਾ ਪਾ ਕੇ ਉਹ ਰਿੰਨ੍ਹਣਾ ਧਰ ਦਿੱਤਾ। ਜਿਸ ਵੇਲੇ ਧੂੰਆਂ ਨਿਕਲਿਆ, ਉਸ ਵੇਲੇ ਜਿੰਨੇ ਲੋਕ ਸੀ ਉਹ ਗ੍ਰਹਿਣ ਦੇ ਤੇ ਆਏ। ਕਹਿਣ ਲੱਗੇ, ਕੌਣ ਹੈ ਜਿਸ ਨੇ ਇਸ ਵੇਲੇ ਅੱਗ ਮਚਾਈ ਹੈ? ਧੂੰਆਂ ਨਿਕਲਦਾ ਹੈ, ਮਾਸ ਰਿੰਨ੍ਹਦੇ ਹਨ। ਇਸ ਪ੍ਰਕਾਰ ਜਦੋਂ ਗੁਰੂ ਮਹਾਰਾਜ ਸਾਹਿਬ ਦੀ ਬਾਬਤ ਆਪੋ ਵਿੱਚ ਹੀ ਮੇਲੇ 'ਚ ਰੌਲਾ ਪਿਆ ਤੇ ਬਹੁਤ ਸਾਰੇ ਲੋਕ ਮਹਾਰਾਜ ਦੇ ਸੋਟੇ ਲੈ ਕੇ, ਇੱਟਾਂ ਲੈ ਕੇ ਸਭ ਮਹਾਰਾਜ ਨੂੰ ਮਾਰਨ ਵਾਸਤੇ ਆ ਪਏ। ਜਿਸ ਵਕਤ ਆਏ, ਮਹਾਰਾਜ ਕਹਿਣ ਲੱਗੇ, ਭਈ ਰੋਕਦਾ ਤੁਹਾਨੂੰ ਕੋਈ ਨਹੀਂ ਹੈ, ਜੇ ਮਾਰਨਾ ਤਾਂ ਮਾਰ ਲਓ, ਜੇ ਪਰ ਚਰਚਾ ਕਰਨੀ ਹੈ ਤਾਂ ਸਾਡੇ ਨਾਲ ਆ ਕੇ ਕੋਈ ਚਰਚਾ ਕਰੋ। ਇਹ ਜਦੋਂ ਬਚਨ ਗੁਰੂ ਮਹਾਰਾਜ ਸਾਹਿਬ ਨੇ ਕਹੇ, ਧੀਰਜ ਦੇ ਬਚਨ ਸੁਣ ਕੇ ਸਾਰੇ ਠਠਿੰਬਰ ਗਏ। ਕਹਿਣ ਲੱਗੇ, ਤੁਸੀਂ ਰਿੰਨ੍ਹਿਆ ਕੀ ਹੈ? ਕਹਿੰਦੇ, ਖਾਣ ਪੀਣ ਵਾਸਤੇ ਧਰਿਆ ਹੋਇਆ ਕੁਛ ਆਪਦੇ। ਫਿਰ ਕਿ ਤੁਸੀਂ ਗ੍ਰਹਿਣ ਦੇ ਵੇਲੇ ਕਿਉਂ ਇਹ ਮਾਸ ਰੱਖਿਆ ਹੋਇਆ? ਹਜ਼ੂਰ ਨੇ ਕਿਹਾ, ਭੁੱਖ ਲੱਗੀ ਸੀ, ਖਾਣ ਪੀਣ ਵਾਸਤੇ ਬਣਾਉਣਾ ਸੀ ਕੁਛ। ਜਦੋਂ ਇਹ ਬਚਨ ਕੀਤੇ, ਉਸ ਵੇਲੇ ਕਹਿਣ ਲੱਗੇ, ਮੁਸਲਮਾਨ ਲੋਕ ਵੀ ਗ੍ਰਹਿਣ ਵਿੱਚ ਸੂਰਜ ਦੇ ਜਿੱਦਾਂ ਮਾਸ ਧਰਮ ਤੋਂ ਸਕੋਚਦੇ ਆ, ਤੁਸੀਂ ਕਿਉਂ ਮਾਸ ਰੱਖਿਆ ਹੈ? ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਡਾ ਛਤਰੀ ਧਰਮ ਹੈ, ਅਸੀਂ ਮਾਸ ਰਿੰਨ੍ਹਿਆ ਹੈ। ਅੱਗੇ ਤੁਹਾਡੇ ਕੋਲ ਸ਼ਸਤਰ ਕਿਹੜੇ ਹੈ? ਹਜ਼ੂਰ ਨੇ ਕਿਹਾ, ਭਗਤੀ ਰੂਪ ਕਿਰਪਾਨ ਹੈ ਸਾਡੇ ਕੋਲ, ਗਰੀਬੀ ਰੂਪੀ ਗਦਾ ਹੈ ਸਾਡੇ ਪਾਸ, ਇਸ ਪ੍ਰਕਾਰ ਗਿਆਨ ਰੂਪੀ ਖੰਡਾ ਹੈ ਸਾਡੇ ਪਾਸ, ਤੇ ਨਿਮਰਤਾ ਰੂਪੀ ਸੰਜੋਗ ਸਾਡੀ ਪਹਿਰੀ ਹੋਈ ਹੈ। ਅਸੀਂ ਇਹਨਾਂ ਸ਼ਸਤਰਾਂ ਦੇ ਸਮੇਤ ਹਾਂ। ਜਦੋਂ ਇਹ ਉਹ ਸੁਣਿਆ, ਕਹਿਣ ਲੱਗੇ, ਤੁਸੀਂ ਤਾਂ ਮਾਸ ਪ੍ਰਤੱਖ ਧਰ ਰਹੇ ਹੋ। ਇਸ ਪ੍ਰਕਾਰ ਜਦੋਂ ਮਹਾਰਾਜ ਨੂੰ ਕਿਹਾ, ਮਹਾਰਾਜ ਕਹਿੰਦੇ, ਆਓ ਚਰਚਾ ਕਰੋ ਜਿਨ ਕਰਨੀ ਹੈ। ਇੱਕ ਨਾਨੂ ਪੰਡਤ ਸੀ ਸਾਧ ਸੰਗਤ ਜੀ, ਬੜਾ ਭਾਰੀ ਵਿਦਵਾਨ, ਉਹਦਾ ਸੰਨਿਆਸ ਧਾਰਿਆ ਹੋਇਆ ਸੀ। ਉਸ ਪੰਡਤ ਨੇ ਆ ਕੇ ਗੁਰੂ ਮਹਾਰਾਜ ਸਾਹਿਬ ਦੇ ਜੋ ਦਰਸ਼ਨ ਕੀਤੇ, ਸਾਰੇ ਹੋਰ ਵੀ ਵਿਦਵਾਨ ਚਰਚਾ ਕਰਨ ਵਾਸਤੇ ਮਹਾਰਾਜ ਦੇ ਪਾਸ ਆ ਕੇ ਬੈਠੇ। ਗੁਰੂ ਮਹਾਰਾਜ ਨੂੰ ਕਹਿਣ ਲੱਗੇ, ਤੁਹਾਡਾ ਕੀ ਧਰਮ ਹੈ? ਮਹਾਰਾਜ ਕਹਿੰਦੇ, ਤੁਸੀਂ ਦੱਸੋ ਆਪਣਾ ਧਰਮ ਕੀ ਹੈ? ਕਹਿੰਦਾ, ਸਾਡਾ ਵੈਸ਼ਨੋ ਧਰਮ ਹੈ। ਮਹਾਰਾਜ ਕਹਿਣ ਲੱਗੇ, ਵੈਸ਼ਨੋ ਧਰਮ ਹੈ ਤੇਰਾ? ਹਾਂ ਮਹਾਰਾਜ, ਸਾਡਾ ਵੈਸ਼ਨੋ ਧਰਮ ਹੈ। ਹੁਣ ਗ੍ਰਹਿਣ ਦੇ ਵਕਤ ਤੁਸੀਂ ਮਾਸ ਕਿਉਂ ਧਰਿਆ ਹੈ? ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਪ੍ਰੌਢਿਆਵਾਦ ਇਹਦਾ ਨਾਮ, ਉਹ ਜਿਹੜਾ ਝਗੜਾ ਹੈ ਉਹਦੀ ਪ੍ਰੌੜਤਾ ਕਰਕੇ ਦਿਖਾ ਦੇਣੀ। ਇਸ ਪ੍ਰਕਾਰ ਜਿਵੇਂ ਜੇਕਰ ਸੂਤਕ ਮੰਨੀਏ, ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ।
ਇਵੇਂ ਮਹਾਰਾਜ ਸਾਹਿਬ ਜੀ ਪ੍ਰੌੜਤਾ ਕਰਕੇ ਵਿਖਾਉਂਦੇ ਹਨ ਇਸ ਪਵਿੱਤਰ ਸ਼ਬਦ ਵਿੱਚ। ਭਾਈ ਮਨੀ ਸਿੰਘ ਸਾਹਿਬ ਜੀ ਨੇ ਜਿਹੜੀ ਜਨਮ ਸਾਖੀ ਲਿਖੀ ਹੈ ਉਹਦੇ 'ਚ ਮੱਛੀ ਦਾ ਜ਼ਿਕਰ ਕੀਤਾ ਕਿ ਮੱਛੀ ਧਰੀ ਹੋਈ ਸੀ। ਇਹਦੇ ਸ਼ਬਦ 'ਚ ਹੀ ਆਵੇਗਾ ਮੱਛੀ ਮਾਸ ਨਾ ਖਾਹੀ। ਇਸ ਪ੍ਰਕਾਰ ਸਾਧ ਸੰਗਤ ਜੀ ਉਸ ਰਾਜਪੁੱਤ ਨੂੰ ਮਹਾਰਾਜ ਨੇ ਕਿਹਾ ਬ੍ਰਹਮ ਭੋਜ ਕਰ, ਕਹਿੰਦੇ ਜੀ ਜੰਗ ਕਰਦੇ ਹੋਏ ਸਾਡਾ ਸਾਰਾ ਧਨ ਖਰਚ ਹੋ ਗਿਆ, ਹੁਣ ਕੋਲੇ ਸਾਡੇ ਚੀਜ਼ ਕੋਈ ਨਹੀਂ। ਮਹਾਰਾਜ ਨੇ ਕਿਹਾ ਚੰਗਾ ਇਹ ਹਰਨ ਨੂੰ ਸਵਾਰ। ਉਹ ਸਵਾਰ ਕੇ ਜੋ ਮਟਕੇ ਧਰਿਆ ਸਾਰੇ ਚਰਚਾ ਕਰਨ ਵਾਸਤੇ ਆਏ ਤੇ ਚਰਚਾ ਕਰਕੇ ਗੁਰੂ ਸਾਹਿਬ ਨੇ ਸਾਰੇ ਹਾਰ ਗਏ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਬਚਨ ਕੀਤੇ ਪਈ ਬਹੁਤੀਆਂ ਗਊਆਂ ਚੋ ਕੇ ਮੁਕਾਈਆਂ ਹੋਈਆਂ ਤਾਂ ਖੀਰ ਸਾਡੀ ਧਰੀ ਹੈ, ਸਾਰਿਆਂ ਨੂੰ ਖੀਰ ਬਣਾ ਕੇ ਸਾਰਿਆਂ ਨੂੰ ਨਿਉਂਦਾ ਤਾਂ ਵੀ ਜਿੰਨੇ ਮੇਲੇ 'ਚ ਆਏ ਹੋ ਇੱਥੇ ਛਕੋ। ਉਸ ਇੱਕ ਮਟਕੇ 'ਚੋਂ ਮੁੱਕਣ ਨੀਤੀ ਇੰਨੀ ਖੀਰ ਮਹਾਰਾਜ ਨੇ ਵਰਤਾਈ। ਇਸ ਪ੍ਰਕਾਰ ਇਹ ਕੌਮ ਤੇ ਕੀਤਾ ਸੀ, ਪਖੰਡ ਦਾ ਖੰਡਣ ਦੇ ਵਿੱਚ ਕੀਤਾ ਸਾਧ ਸੰਗਤ ਜੀ। ਉਂਝ ਵਿਧੀ ਪੱਖ ਵਿੱਚ ਮਾਸ ਖਾਣ ਦੀ ਬਾਬਤ ਆਪ ਨੇ ਕਿਹਾ ਭਾਵ ਮਾਸ ਆਹਾਰ, ਜਿਹੜਾ ਪਰਮੇਸ਼ਰ ਦਾ ਭੈ ਕਰਨਾ ਇਹੋ ਮਾਸ ਦਾ ਆਹਾਰ ਹੈ। ਭੈ ਪਿਆ ਤਨ ਖੀਣ ਹੋਏ, ਭੈ ਦੇ ਪੈਣੇ ਕਰਕੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਸ ਪ੍ਰਕਾਰ ਜਿਹੜਾ ਵਿਰਾਗ ਦੇ ਨਾਲ ਸਰੀਰ ਨੂੰ ਇਸ ਪ੍ਰਕਾਰ ਭੈ ਦੇ ਸਹਿਤ ਰੱਖਣਾ ਹੈ ਇਹੋ ਮਾਸ ਆਹਾਰ ਹੈ। ਜਾਂ ਸ਼ੇਖ ਨੇ ਕਿਹਾ ਸੀ ਮਹਾਰਾਜ ਨੂੰ, ਜੋ ਸ਼ੇਖ ਬ੍ਰਹਮ ਸੀ ਫਰੀਦ ਦਾ ਪੋਤਾ ਚੇਲਾ ਜੋ ਪਾਕ ਪਟਨ ਗਏ ਹੈ, ਉਹਨ ਬੱਕਰਾ ਮਾਰ ਕੇ ਮਹਾਰਾਜ ਦੇ ਪੇਸ਼ ਕੀਤਾ। ਹਜੂਰ ਨੇ ਕਿਹਾ ਸੱਚ ਕੀ ਕਾਤੀ ਸਚ ਸਭ ਸਾਰ, ਘਾੜ ਤੁਸਕੀ ਅਪਰ ਅਪਾਰ, ਸਭ ਦੇ ਸਾਣ ਰਖਾਈ ਲਾਏ, ਗੁਣ ਕੀ ਠੇਕਾ ਵਿੱਚ ਸਮਾਏ, ਤਿਸ ਦਾ ਕੁੱਠਾ ਹੋਵੇ ਸੇਖ, ਲਹੂ ਲਬਨ ਇਕੱਠਾ ਵੇਖ, ਹੋਏ ਹਲਾਲ ਲੱਗੇ ਹੱਕ ਜਾਏ, ਤੋ ਨਾਨਕ ਦਰਦੀਦਾਰ ਸਮਾਏ ਵਚਨ ਕੀਤੇ ਸੀ। ਜੇ ਇਹ ਮਨ ਰੂਪੀ ਬੱਕਰਾ ਸੱਚ ਰੂਪੀ ਛੁਰੀ ਦਾ ਮਾਰਿਆ ਹੋਵੇ ਉਹ ਅਸੀਂ ਖਾਣ ਨੂੰ ਤਿਆਰ ਹਾਂ। ਜਦੋਂ ਬਚਨ ਕਹੇ ਮਹਾਰਾਜ ਨੇ, ਸ਼ੇਖ ਇਬਰਾਹੀਮ ਜਿਹੜਾ ਜਿਹਦਾ ਨਾਮ ਬ੍ਰਹਮ ਸੀ, ਸ਼ੇਖ ਬ੍ਰਹਮ ਸੂਫੀਆਂ ਫਕੀਰਾਂ 'ਚੋਂ ਸੀ, ਫਰੀਦ ਦਾ ਪੋਤਾ ਚੇਲਾ ਸੀ, ਗੁਰੂ ਸਾਹਿਬ ਦੇ ਚਰਨੀ ਪੈ ਗਿਆ ਸੀ। ਇਸੇ ਪ੍ਰਕਾਰ ਫਰੀਦ ਸਾਹਿਬ ਜੀ ਨੇ ਇਵੇਂ ਸਾਧ ਸੰਗਤ ਜੀ ਕਬੀਰ ਸਾਹਿਬ ਨੇ ਕਿਹਾ ਹੈ, ਕਬੀਰ ਜੀ ਬਦੋ ਸੋ ਧਰਮ ਕਰ ਥਾਪੋ, ਧਰਮ ਕਹੋ ਕਦ ਭਾਈ, ਆਪਸ ਕੋ ਮੁਨਵਰ ਕਰ ਥਾਕੋ ਕਹੋ ਥਾਪੋ, ਕਹਾਂ ਕੋ ਕਹੋ ਕਸਾਈ। ਤੁਸੀਂ ਜਾਨਵਰਾਂ ਨੂੰ ਮਾਰਨਾ ਜਿਹੜਾ ਇਹ ਧਰਮ ਸਮਝਦੇ ਹੋ ਤੇ ਫਿਰ ਆਪਣੇ ਆਪ ਨੂੰ ਮੁਨੀ ਮੰਨੇ ਬੈਠੇ ਹੋ, ਤੇ ਕਸਾਈ ਕਿਹਨੂੰ ਕਹੋਗੇ? ਜਿਹੜੇ ਰੱਖਿਆ ਕਰਦੇ ਜੀਵਨ ਦੀ ਉਹਨੂੰ ਕਹੋਗੇ। ਇਸ ਪ੍ਰਕਾਰ ਸਾਧ ਸੰਗਤ ਜੀ ਪਖੰਡ ਦਾ ਖੰਡਨ ਕਰਨ ਲੱਗੇ ਆ ਮਹਾਰਾਜ ਸਾਹਿਬ ਗਰੀਬ ਨਵਾਜ। ਇਹਦੇ ਵਿੱਚ ਇਹ ਮਤਲਬ ਨਹੀਂ ਕਿ ਮਾਸ ਖਾਣਾ ਹੈ। ਗੁਰਬਾਣੀ ਦੇ ਅੰਦਰ ਤੁਕਾਂ ਮਾਸ ਦੇ ਖੰਡਨ ਦੀਆਂ ਵੀ ਬਹੁਤ ਸਾਰੀਆਂ ਆਉਂਦੀਆਂ ਹਨ ਜਿਨ੍ਹਾਂ ਦੇ ਵਿੱਚ ਮਾਸ ਦੀ ਆਗਿਆ ਨਹੀਂ ਹੈ। ਇੱਥੇ ਉਹਨਾਂ ਪੰਡਤਾਂ ਦਾ ਪਖੰਡ ਚੱਕਣ ਵਾਸਤੇ ਜਿਹੜੇ ਲਸਣ ਨਹੀਂ ਖਾਂਦੇ ਤੇ ਗੰਢਾ ਨਹੀਂ ਖਾਂਦੇ ਤੇ ਤੰਬਾਕੂ ਨਹੀਂ ਛੱਡਦੇ ਤੇ ਪਰਾਈ ਇਸਤਰੀ ਨੂੰ ਛੱਡਦੇ ਨਹੀਂ, ਚੋਰੀ ਨਹੀਂ ਛੱਡਦੇ, ਜਾਰੀ ਨਹੀਂ ਛੱਡਦੇ ਤੇ ਕਹਿੰਦੇ ਅਸੀਂ ਮਾਸ ਨਹੀਂ ਖਾਂਦੇ, ਉਹਨਾਂ ਦਾ ਪਖੰਡ ਦਾ ਖੰਡਨ ਗੁਰੂ ਸਾਹਿਬ ਕਰਨ ਲੱਗੇ ਹੈ। ਸੁਣੋ ਗੁਰੂ ਸਾਹਿਬ ਜੀ ਪਵਿੱਤਰ ਵਿਚਾਰ ਫਰਮਾਉਂਦੇ ਹਨ। ਸ਼ਲੋਕ ਮਹੱਲਾ ਪਹਿਲਾ, ਪਹਿਲਾ ਮਾਸੋਂ ਨਿੰਮਿਆ। ਮਹਾਰਾਜ ਕਹਿੰਦੇ ਤੁਸੀਂ ਮਾਸ ਦਾ ਜ਼ਿਕਰ ਕਰਦੇ ਹੋ, ਗੱਲ ਤਾਂ ਦੱਸੋ ਕੀ ਗੱਲ ਹੈ ਤੁਹਾਡੀ ਜੀ? ਮਾਸ ਧਰਿਆ ਮਹਾਰਾਜ ਕਹਿੰਦੇ ਪਹਿਲਾਂ ਸੁਣੋ। ਹਾਂਜੀ ਪਹਿਲਾ ਮਾਸੋਂ ਨਿੰਮਿਆ, ਪਹਿਲਾਂ ਪਿਤਾ ਦੀ ਅੰਸ਼ ਰੂਪ ਹੋ ਕੇ ਮਾਸ ਦੇ ਵਿੱਚੋਂ ਧਾਤੂ ਰੂਪ ਹੋ ਕੇ ਨਿੰਮਿਆ ਇਸਤਤ ਹੋਇਆ। ਮਾਸਾ ਅੰਦਰ ਵਾਸ, ਫਿਰ ਮਾਤਾ ਦੇ ਗਰਭ ਰੂਪੀ ਮਾਸ ਦੇ ਅੰਦਰ ਰੱਖ ਤੇ ਬਿੰਦਾ ਜਿਹੜੀ ਇਕੱਤਰਤਾ ਹੋਈ ਹੈ ਇਹ ਵਾਸਾ ਪਾਉਣਾ ਕੀਤਾ ਹੈ। ਜੀਉ ਪਾਏ ਮਾਸ ਮੋਹ ਮਿਲਿਆ, ਫਿਰ ਜੀਵ ਆਤਮਾ ਨੂੰ ਮਹਾਰਾਜ ਸਾਹਿਬ ਚੇਤਨ ਸੱਤਾ ਪਾ ਕੇ ਜੀਵ ਨੂੰ ਜਿਸ ਨੂੰ ਹੁਕਮ ਸੀ ਮਾਤਾ ਦੇ ਗਰਭ ਵਿੱਚ ਪਾ ਦਿੱਤਾ। ਜਦੋਂ ਜੀਵ ਨੂੰ ਗਰਭ ਦੇ ਵਿੱਚ ਪਾ ਦਿੱਤਾ ਤੇ ਉਹ ਗਰਭ ਜਿਹੜਾ ਸੀ ਵਧਣ ਲੱਗ ਗਿਆ। ਉਸ ਦੇ ਵਿੱਚ ਜੇਰ ਦੇ ਵਿੱਚ ਮਾਸ ਮੋਹ ਮਿਲਿਆ। ਮੂੰਹ ਦੇ ਅੱਗੇ ਮਾਸ ਦਾ ਪਰਦਾ ਉਹ ਬੱਚੇ ਦੀ ਰੱਖਿਆ ਕਰਨ ਵਾਸਤੇ ਮਹਾਰਾਜ ਜੇਰ ਦੇ ਵਿੱਚ ਜਿਹੜਾ ਪਰਦਾ ਮਿਲਿਆ ਇਹ ਵੀ ਮੂੰਹ ਦੇ ਅੰਦਰ ਮਾਸ ਦਾ ਹੀ ਹੈ ਨਾ। ਉਹ ਜੇਰ ਜਿਹੜੀ ਮਾਸ ਹੀ ਹੁੰਦੀ ਹੈ। ਹੱਡ ਚੰਮ ਤਨ ਮਾਸ, ਜਿਹੜੇ ਅਸਤ ਹਨਗੇ ਪਿਤਾ ਦੀ ਅੰਸ਼ ਹੈ, ਜਿਹੜਾ ਚੰਮ ਹੈ ਮਾਤਾ ਦੀ ਅੰਸ਼ ਹੈ। ਸਾਰਾ ਸਰੀਰ ਮਾਸ ਦਾ ਹੀ ਹੈ ਜਿੰਨਾ ਬਣਿਆ ਹੋਇਆ ਹੈ। ਮਾਸੋਂ ਬਾਹਰ ਕੱਢਿਆ, ਜਦੋਂ ਮਾਤਾ ਦੇ ਗਰਭ ਵਿੱਚੋਂ ਜੀਵ ਜੰਮਦਾ ਹੈ ਮਹਾਰਾਜ ਕਹਿੰਦੇ ਮਾਸ ਤੋਂ ਬਾਹਰ ਕੱਢਿਆ ਗਿਆ, ਜਨਮ ਦਿੱਤਾ ਗਿਆ। ਮੰਮਾ ਮਾਸ ਗਿਰਾਸ, ਉਸ ਵੇਲੇ ਕਹਿੰਦੇ ਮੰਮਾ ਜਿਹੜਾ ਮਾਤਾ ਦਾ ਅਸਤਨ ਹੈ ਉਹ ਵੀ ਮਾਸ ਹੀ ਹੈ ਨਾ। ਉਸ ਦੇ ਵਿੱਚੋਂ ਦੁੱਧ ਜਿਹੜਾ ਗਰਸਦਾ ਹੈ, ਪਕੜਦਾ ਹੈ, ਖਾਂਦਾ ਹੈ, ਉਹ ਦੁੱਧ ਵੀ ਮਾਸ ਦੀ ਗਰਾਹੀ ਇਹਨਾਂ ਵਿੱਚੋਂ ਦੁੱਧ ਵਿੱਚ ਨਿਕਲਿਆ ਹੋਇਆ ਹੈ। ਮੋਹ
ਮਾਸੈ ਕਾ ਜੀਵ ਮਾਸੈ ਕੀ ਇਹ ਪੰਡਤ ਜੀ ਮੂੰਹ ਵੀ ਮਾਸ ਦਾ ਹੀ ਹੈ, ਜ਼ੁਬਾਨ ਵੀ ਮਾਸ ਦੀ ਹੈ, ਮਾਸੈ ਅੰਦਰ ਸਾਸ ਅਤੇ ਜਿੰਨੇ ਸਵਾਸ ਵਗ ਰਹੇ ਵੀ ਮਾਸ ਦੇ ਅੰਦਰ ਹੀ ਸਾਰਿਆਂ ਦੇ ਵਗ ਰਹੇ ਹਨ। ਵੱਡਾ ਹੋਆ ਵਿਆਹਿਆ ਜਦੋਂ ਵੱਡਾ ਹੋ ਕੇ ਵਿਆਹ ਕਰਦਾ, ਸ਼ਾਦੀ ਹੁੰਦੀ ਹੈ, ਘਰ ਲੈ ਆਇਆ ਮਾਸ ਉਦੋਂ ਕਾਠ ਦੀ ਤਾਂ ਨਹੀਂ ਇਸਤਰੀ ਲਿਆਇਆ, ਉਹ ਮਾਸ ਹੀ ਲਿਆਇਆ ਘਰ ਦੇ ਵਿੱਚ, ਉਹਨੂੰ ਵਿਆਹ ਕੇ ਲਿਆਇਆ ਹੈ। ਮਾਸ ਹੋਈ ਮਾਸ ਉਪਜੈ ਫਿਰ ਧੀਆਂ ਪੁੱਤਰ ਜਿਹੜੇ ਪੈਦਾ ਹੁੰਦੇ ਮਾਸ ਤੋਂ ਮਾਸ ਹੀ ਪੈਦਾ ਹੁੰਦਾ ਹੈ ਨਾ। ਮਾਸ ਹੋ ਸਭੋ ਸਾਕ ਜਿੰਨੇ ਸਾਕ ਨਾਤੇ ਸਾਰੇ ਮਾਸ ਦੇ ਹੀ ਹਨ, ਜਿੰਨੇ ਦੁਨੀਆ ਦੇ ਹਨ। ਸਤਿਗੁਰ ਮਿਲਿਆ ਹੁਕਮ ਇਹ ਬੁਝੀਐ ਤਾਂ ਭਾਈ ਸਤਿਗੁਰਾਂ ਦੇ ਨਾਲ ਮਿਲੀਏ, ਵਾਹਿਗੁਰੂ ਦੇ ਹੁਕਮ ਨੂੰ ਬੁੱਝਣਾ ਕਰੀਏ, ਭਾਣੇ ਨੂੰ ਮੰਨੀਏ, ਤਾਂ ਕੋ ਆਵੈ ਤਾਂ ਰਾਸ ਭਾਈ ਰਾਸ ਸਚਾਈ ਚ ਆ ਸਕਦਾ, ਤਾਂ ਉਹ ਮਾਸ ਤੋਂ ਬਚ ਸਕਦਾ ਹੈ। ਆਪ ਛੁੱਟੇ ਨਹਿ ਛੂਟੀਐ ਜੇ ਇਹ ਵਿਦਵਾਨ ਨਾਨੂ ਪੰਡਤ ਤੂੰ ਕਹੇ ਕਿ ਮੈਂ ਛੁੱਟ ਗਿਆ, ਮੈਂ ਆਪ ਹੀ ਛੁੱਟਿਆ ਹੋਇਆ ਹਾਂ, ਇਸ ਪ੍ਰਕਾਰ ਛੁਟਕਾਰਾ ਨਹੀਂ ਹੋ ਸਕਦਾ ਹੈ। ਨਾਨਕ ਆਪਣੀ ਜਵਾਨੀ ਗੱਲਾਂ ਕਰਨ ਨਾਲ ਛੁਟਕਾਰਾ ਨਹੀਂ ਹੁੰਦਾ। ਸਤਿਗੁਰਾਂ ਨਾਲ ਮਿਲ ਕੇ ਜਿਹੜਾ ਇਹਨਾਂ ਔਗਣਾਂ ਤੋਂ ਬਾਜੇ ਤਾਂ ਬਚ ਜਾਵੇ। ਨਾਨਕ ਬਚਨ ਇਹ ਬਿਨਾਸ਼ ਜਿਹੜਾ ਬਚਨ ਹੈ ਭਾਈ ਤੇਰਾ ਵਿਨਾਸ਼ ਨਾਸ਼ ਕਰਨ ਵਾਲਾ, ਵਿਅਰਥ ਹੀ ਬੋਲ ਰਿਹਾ ਤੂੰ, ਕਹਿੰਦਾ ਕਿ ਮੈਂ ਆਪ ਛੁੱਟਿਆ ਹੋਇਆ ਹਾਂ ਮਾਸ ਤੋਂ। ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਫਿਰ ਨਾਨੂ ਪੰਡਤ ਜਿਹੜਾ ਸੀ, ਇਹਨ ਭਵਿੱਖਤ ਪੁਰਾਣ ਪੜ੍ਹਿਆ ਸੀ। ਉਸ ਭਵਿੱਖਤ ਪੁਰਾਣ ਦੇ ਅੰਦਰ ਇਹ ਕਥਾ ਆਉਂਦੀ ਹੈ ਕਿ ਕਲਯੁਗ ਦੇ ਉਧਾਰ ਕਰਨ ਵਾਸਤੇ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੇ ਅਵਤਾਰ ਵਿੱਚ ਆਪ ਨਾਰਾਇਣ ਕਲਾ ਧਾਰ ਜਗਮਾ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਇਸ ਤਰ੍ਹਾਂ ਸਰੂਪ ਧਾਰਨਗੇ। ਇਹਨ ਭਵਿੱਖਤ ਪੁਰਾਣ ਪੜ੍ਹ ਕੇ ਸੋਚੇ ਮੈਂ ਵਿਦਿਆ ਹੀ ਤਾਂ ਬੜਾ ਸਿਆਣਾ ਹੈ, ਮੇਰੇ ਨਾਲ ਚਰਚਾ ਕਰਕੇ ਕੋਈ ਜਿੱਤ ਨਹੀਂ ਸਕਦਾ, ਸਾਰਿਆਂ ਨੂੰ ਮੈਂ ਹਰਾ ਦਿੰਦਾ ਹੈ, ਇਹ ਮੈਂ ਹੀ ਨਾ ਨਾਨਕ ਅਵਤਾਰ ਹੋਵਾਂ। ਇਸ ਕਰਕੇ ਨਾਨੂ ਨਾਮ ਤੋਂ ਇਸ ਪੰਡਤ ਨੇ ਆਪਦਾ ਨਾਂ ਹੀ ਨਾਨਕ ਰਖਾ ਲਿਆ ਸੀ। ਜਿਵੇਂ ਕ੍ਰਿਸ਼ਨ ਦੇ ਵਕਤ ਇੱਕ ਦੈਂਤ ਨੇ ਆਪਦਾ ਨਾਮ ਕ੍ਰਿਸ਼ਨ ਰਖਾ ਲਿਆ ਸੀ, ਇਸੇ ਪ੍ਰਕਾਰ ਸਾਧ ਸੰਗਤ ਜੀ ਨਾਨੂ ਪੰਡਤ ਨੇ ਆਪਦਾ ਨਾਮ ਨਾਨਕ ਚੰਦ ਰਖਾ ਲਿਆ ਕਿ ਮੈਂ ਉਹ ਅਵਤਾਰ ਹਾਂ ਜਿਹੜਾ ਬਿਆਸ ਜੀ ਨੇ ਲਿਖਿਆ। ਇਸ ਖਿਆਲ ਦੇ ਨਾਲ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਹੋਇਆ, ਉਸ ਵੇਲੇ ਵੇਖਿਆ ਮਹਾਰਾਜ ਦੀ ਜੋਤ ਨੂੰ, ਪ੍ਰਕਾਸ਼ ਨੂੰ, ਬਚਨਾਂ ਨੂੰ, ਕਹਿੰਦਾ ਉਹ ਮੈਂ ਤਾਂ ਬੜੀ ਗਲਤੀ ਕੀਤੀ, ਉਹ ਨਾਨਕ ਅਵਤਾਰ ਤਾਂ ਇਹ ਹੈ ਤੇ ਮੈਂ ਤਾਂ ਨਾਨੂ ਹੀ ਹਾਂ। ਉਸ ਸਾਧ ਸੰਗਤ ਜੀ ਸਾਰੀ ਸਭਾ ਲੱਗੀ ਚ ਕਿਹਾ ਕਿ ਇਹ ਲੋਕੋ ਮੇਰਾ ਨਾਮ ਤਾਂ ਨਾਨਕ ਨਹੀਂ ਹੈ, ਇਹ ਨਾਨਕ ਅਵਤਾਰ ਜਿਹੜੇ ਵਿਆਸ ਜੀ ਨੇ ਲਿਖੇ ਹੈ ਉਹ ਤਾਂ ਇਹ ਗੁਰੂ ਨਾਨਕ ਸਾਹਿਬ ਹਨ, ਅਤੇ ਮੈਂ ਤਾਂ ਨਾਨੂ ਪੰਡਤ ਹੀ ਹਾਂ। ਅੱਜ ਤੋਂ ਮੇਰੇ ਨੰਨਿਆਂ ਦੇ ਨਾਲ ਕੱਕਾ ਨਹੀਂ ਲਾਉਣਾ, ਨਾਨਕ ਨਹੀਂ ਕਹਿਣਾ, ਮੈਨੂੰ ਤਾਂ ਨਾਨੂ ਹੀ ਸਮਝ ਲਓ ਸਾਰੇ। ਗੁਰੂ ਸਾਹਿਬ ਦਾ ਸਿੱਖ ਬਣ ਗਿਆ, ਚਰਨੀ ਪੈ ਗਿਆ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਮਾਸ ਦਾ ਮਾਰਿਆ, ਮਾਸ ਧਰਿਆ, ਮਾਸ ਧਰਿਆ ਉਹ ਬਚਨ ਕਹਿੰਦੇ ਤੂੰ, ਉਹਦਾ ਉੱਤਰ ਦਿੰਦੇ ਹਨ ਮਹਾਰਾਜ। ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਸਤਿਗੁਰੂ ਜੀ ਕਹਿੰਦੇ ਹੈ ਮੂਰਖਤਾ ਇੱਕ ਨਹੀਂ ਤੁਹਾਡੇ ਅੰਦਰ, ਮਾਸ ਹੈ ਮਾਸ ਹੈ ਇਉਂ ਕਹਿ ਕੇ ਝਗੜਦੇ ਹੋ, ਗਿਆਨ ਝਗੜਾ ਨਹੀਂ ਹੈ ਮਾਸ ਦਾ। ਹਾਂਜੀ, ਗਿਆਨ ਧਿਆਨ ਨਹੀਂ ਜਾਣੈ ਤੈਨੂੰ ਨਿਰਗੁਣ ਦਾ ਗਿਆਨ ਨਹੀਂ, ਸਰਗੁਣ ਦਾ ਧਿਆਨ ਉੱਕਾ ਹੀ ਨਹੀਂ ਜਾਣਦਾ ਹੈ। ਕੌਣ ਮਾਸ ਕੌਣ ਸਾਗ ਇਹ ਕਹਾਵੈ ਦੱਸ ਬਈ ਮਾਸ ਕਿਹਨੂੰ ਕਹੀਦਾ ਹੈ ਤੇ ਸਾਗ ਕਿਹਨੂੰ ਕਹੀਦਾ ਹੈ। ਕਿਸਮ ਹੈ ਪਾਪ ਸਮਾਣੇ ਮਾਸ ਹੈ ਜਿਹੜਾ ਪਰਾਇਆ ਹੱਕ, ਪਰਾਇਆ ਨਾਨਕਾ ਉਹ ਸੂਰ ਉਸ ਗਾਂ ਹੈ, ਜਿਹੜਾ ਪਰਾਇਆ ਹੱਕ ਖਾਣਾ ਇਹ ਮਾਸ ਹੈ, ਤੇ ਜਿਹੜਾ ਆਪਦਾ ਹੱਕ ਵਰਤਣਾ ਇਹ ਹੈ ਸਾਗ। ਇਸ ਪ੍ਰਕਾਰ ਕੌਣ ਮਾਸ ਕੌਣ ਸਾਗ ਕਹਾਵੈ ਮਾਸ ਕੌਣ ਕਹਾਉਂਦਾ ਜਿਹੜਾ ਪਰਾਂ ਨੂੰ ਲੁੱਟ ਕੇ ਖਾਣਾ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰਮੁਖ ਮੁਖ ਚਿੰਨ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸ ਕਾ ਸਾਫ ਸਲਾਣੇ, ਕਰਮ ਮੇਰੇ ਕਰਤਾਰ, ਇਹ ਔਗੁਣ ਹਨੇ ਛੁੱਟਦੇ ਨਹੀਂ ਜੀਆਂ ਤੋਂ। ਕਿਸਮ ਹੈ ਪਾਪ ਇਹ ਸਮਾਣੇ ਕਿਹੜੀ ਚੀਜ਼ ਚ ਪਾਪ ਸਮਾਉਂਦੇ, ਤੈਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਗੈਂਡਾ ਮਾਰ ਹੋਮ ਜਗ ਕੀਏ ਕਿ ਮਹਾਰਾਜ ਤੁਸੀਂ ਤਾਂ ਉੱਤੋਂ ਹੀ ਮੈਨੂੰ ਖੰਡਨ ਕਰੀ ਜਾਂਦੇ ਹੋ, ਕਿਸੇ ਵੇਦ ਬਾਣੀ ਦਾ ਪ੍ਰਮਾਣ ਦਿਓ। ਮਹਾਰਾਜ ਕਹਿੰਦੇ ਯੁਜੁਰਵੇਦ ਦੀ ਦੇਖ ਲੈ, ਸੁਣ ਲੈ। ਗੈਂਡਾ ਮਾਰ ਹੋਮ ਜਗ ਕੀਏ ਗੈਂਡਿਆਂ ਨੂੰ ਮਾਰ ਮਾਰ ਕਰਕੇ, ਗਊ ਦੀ ਨਿਆਈ ਗੈਂਡਾ ਹੁੰਦਾ ਹੈ, ਉਹਨੂੰ ਮਾਰ ਮਾਰ ਕੇ ਹਮਨ ਕੀਤੇ ਤੇ ਜੱਗ ਕੀਤੇ ਦੇਵਤਿਆਂ ਨੇ। ਦੇਵਤਿਆਂ ਕੀ ਇਹ ਬਾਣੀ ਦੇਵਤਿਆਂ ਦੀ ਬਾਣੀ ਜਿਹੜੀ ਵੇਦ ਲਿਖੀ, ਯੁਜੁਰਵੇਦ 'ਚ ਪ੍ਰਸੰਗ ਆਉਂਦੇ ਆ ਜੰਗ ਦੇ, ਇਸ ਜੱਗ ਦੇ। ਇਸ ਪ੍ਰਕਾਰ ਦੇਵਤਿਆਂ ਦੀ ਇਹ ਬਾਣੀ ਵਿੱਚ ਵੇਦ ਪਾਠ ਵਿੱਚ ਵੀ ਇਹ ਆਉਂਦਾ ਹੈ, ਜੇਕਰ
ਜੱਗਾਂ ਦਾ ਸਮੱਗਰੀਆਂ ਆਉਂਦੀਆਂ, ਅਜਾਮੇਦ ਜੱਗ, ਗਵਾਲੰਬ ਜੱਗ, ਗਹਿਣੇ ਆਦਿਕਾਂ ਦਾ ਜੱਗ, ਘੋੜੇ ਅਸਮੇਧ ਆਦਿਕ ਜੱਗ, ਇਉਂ ਦੇਵਤਿਆਂ ਦੀ ਬਾਣੀ ਵੇਦ 'ਚ ਲਿਖਿਆ ਹੋਇਆ ਹੈ। ਦੇਵਤਿਆਂ ਨੂੰ ਆਦ ਸੀ ਹਮਨ ਕਰਕੇ ਜਗ ਕੇ ਇਸ ਪ੍ਰਕਾਰ ਜਗ ਕਰਦੇ ਰਹੇ ਹੋ। ਮਾਸ ਛੋੜ ਬੈਠ ਨੱਕ ਪਕੜੇ ਹੈ। ਅੱਛਾ ਪੰਡਿਤ ਜੀ, ਮਾਸ ਤਾਂ ਛੱਡ ਦਿੱਤਾ ਤੁਸੀਂ, ਬੈਠ ਕੇ ਨੱਕ ਪਕੜ ਲਿਆ। ਨੱਕ ਕਿਹੜਾ ਮੋਮ ਦਾ ਹੈ? ਨੱਕ ਵੀ ਮਾਸ ਦਾ ਹੀ ਹੈ। ਰਾਤੀ ਮਾਨਸ ਖਾਣੇ, ਰਾਤ ਨੂੰ ਜਦੋਂ ਵਿਵਚਾਰ ਕਰਦੇ ਹੋ ਉਦੋਂ ਨਿਰਾ ਹੀ ਆਦਮੀ ਖਾ ਜਾਂਦੇ ਹੋ ਕਿ ਨਹੀਂ? ਬਕਾਰ ਜਦੋਂ ਭੋਗਦੇ ਹੋ ਉਹ ਨਿਰੇ ਮਨੁੱਖ ਨੂੰ ਖਾ ਜਾਣ ਵਾਲੇ ਕੰਮ ਕਰਦੇ ਹੋ, ਉਹ ਤੁਹਾਥੋਂ ਛੁੱਟੇ ਨਹੀਂ ਹਨ। ਫੜ ਕਰ ਲੋਕਾਂ ਨੂੰ ਦਿਖਲਾਵੇ, ਹੁਣ ਦਿਨੇ ਲੋਕਾਂ ਨੂੰ ਨੱਕ ਪਕੜ ਕੇ ਦਿਖਾਉਨੇ ਹੋ ਕਿ ਅਸੀਂ ਤਿਆਗੀ ਹਾਂ ਮਾਸ ਦੇ। ਗਿਆਨ ਧਿਆਨ ਨਹੀਂ ਸੂਝੈ, ਤੁਹਾਨੂੰ ਗਿਆਨ ਨਿਰਗੁਣ ਦਾ, ਧਿਆਨ ਸਰਗੁਣ ਦਾ ਕੋਈ ਸੂਝਿਆ ਦਿਸਦਾ ਨਹੀਂ ਹੈ। ਨਾਨਕ ਅੰਧੇ ਸਿਉ ਕਿਆ ਕਹੀਐ, ਸਤਿਗੁਰੂ ਜੀ ਕਹਿੰਦੇ ਜਿਹੜਾ ਅੰਨਾ ਹੋਵੇ ਉਹਨੂੰ ਕੀ ਸਿੱਖਿਆ ਦਈਏ? ਅੰਧਾ ਹਾਂਜੀ ਕਹਿ ਨਾ ਕਹਿਆ ਬੂਝੈ, ਜੇ ਉਸ ਨੂੰ ਉਪਦੇਸ਼ ਕਹੀਏ ਤਾਂ ਕਿਹਾ ਸਮਝਦਾ ਨਹੀਂ ਹੈ ਉਹ। ਅੰਧਾ ਸੋਏ ਜੇ ਅੰਧ ਇਹ ਕਮਾਵੇ, ਪੰਡਤ ਬੋਲਿਆ, ਨਾਨੂ ਕਹਿੰਦਾ ਮਹਾਰਾਜ ਮੈਨੂੰ ਅੰਨਾ ਕਿਉਂ ਕਿਹਾ? ਮੈਂ ਤਾਂ ਸੁਜਾਖਾ ਹੈ। ਮਹਾਰਾਜ ਸਾਹਿਬ ਕਹਿੰਦੇ ਅੰਧਾ ਉਹ ਹੁੰਦਾ ਹੈ ਜਿਹੜਾ ਅੰਧਤਾਈ ਦੇ ਕਰਮਾਂ ਨੂੰ ਕਮਾਵੇ, ਅਗਿਆਨ ਪੁਣੇ ਦੇ ਕਰਮਾਂ ਨੂੰ ਕਮਾਵੇ। ਤਿਸ ਹਿਰਦੈ ਸੇ ਲੋਚਨ ਪੰਡਤ ਨਾਹੀ, ਜੀ ਬਾਹਰਲੇ ਭਾਵੇਂ ਚੰਗੇ ਡੇਲੇ ਬਣੇ ਹੋਏ ਹੈ, ਜਿਸ ਪ੍ਰਕਾਰ ਦੇ ਪੱਥਰ ਦੇ ਡੇਲੇ ਚੜਾਉਂਦੇ ਇਹ ਜੇ ਹੈ, ਉਹਦੇ ਹਿਰਦੇ ਦੇ ਸ੍ਰੇਸ਼ਟ ਲੋਚਨ ਵਿਰਾਗ ਵੇਖ ਨਹੀਂ ਹੈ। ਮਾਤ ਪਿਤਾ ਕੀ ਰਕਤ ਨਿਪੰਨੇ, ਇਸ ਤੁਕ ਤੋਂ ਸਿੱਧ ਹੋਇਆ ਹੈ ਕਿ ਭਾਈ ਮਨੀ ਸਿੰਘ ਸਾਹਿਬ ਨੇ ਕਿਹਾ ਮੱਛੀ ਧਰੀ ਸੀ। ਇਸ ਤੁਕ ਦੇ ਵਿੱਚ ਵਾਕ ਆਉਂਦਾ ਹੈ, ਮਾਤ ਪਿਤਾ ਕੀ ਰਕਤ ਨਿਪੰਨੇ, ਮਾਤਾ ਪਿਤਾ ਦੇ ਰਗਤ, ਮਾਤਾ ਦੀ ਰਕਤ ਤੇ ਪਿਤਾ ਦੇ ਧਾਤੂ ਕਰਕੇ ਨਪੰਨੇ ਪੈਦਾ ਹੋਏ। ਮੱਛੀ ਮਾਸ ਨਾ ਮੱਛੀ ਖਾਹੀ, ਆਦਿਕਾਂ ਦੇ ਮਾਸ ਨੂੰ ਨਹੀਂ ਖਾਂਦੇ ਵੈਸ਼ਨੋ। ਇਸਤਰੀ ਪੁਰਖ ਹੈ ਜਾਂ ਨਿਸ ਮੇਲਾ, ਜਦੋਂ ਇਸਤਰੀ ਪੁਰਸ਼ ਦਾ ਮਿਲਾਪ ਹੁੰਦਾ ਰਾਤਰੀ ਨੂੰ, ਉਥੈ ਮੰਦ ਕਮਾਈ, ਉੱਥੇ ਵੀ ਮਾਸ ਦੀ ਕਮਾਈ ਪੁੱਤਰ ਧੀਆਂ ਜਮਾਉਣੇ ਉਹ ਪੈਦਾ ਹੁੰਦੇ ਹਨ। ਮਾਸੋਂ ਨਿੰਮੇ ਮਾਸੋਂ ਜੰਮੇ, ਮੰਦ ਦਾ ਅਰਥ ਮੰਦੀ ਕਮਾਈ ਵੀ ਵਿਚਾਰ ਮੰਦ ਕਰਮ ਕਰਨ ਦਾ ਮਤਲਬ, ਪਰ ਮਾਸ ਦਾ ਵਾਚਕ ਸਮਝਣਾ। ਮਾਸੋਂ ਨਿੰਮੇ ਮਾਸੋਂ ਜੰਮੇ, ਇਹ ਮਾਸ ਤੋਂ ਹੀ ਸਾਰੇ ਮਾਤਾ ਦੇ ਘਰ 'ਚ ਨਿੰਮੇ ਇਸਤਤ ਹੋਏ ਹੈ, ਫਿਰ ਜਨਮ ਧਾਰੇ ਹਨ। ਹਮ ਮਾਸਾ ਕੇ ਭਾਂਡੇ, ਹਮ ਤਮਾਮ ਜਿੰਨੇ ਜੀ ਜਨਤਾ ਸਭ ਮਾਸ ਦੇ ਹੀ ਪਾਤਰ ਹਨ, ਭਾਂਡੇ ਬਣੇ ਹੋਏ ਹਨ। ਗਿਆਨ ਧਿਆਨ ਕਛ ਸੂਝੈ ਨਾਹੀ, ਤੈਨੂੰ ਸਰੂਪ ਦਾ ਗਿਆਨ, ਨਿਰਗੁਣ ਸਰਗੁਣ ਦਾ ਧਿਆਨ ਕੋਈ ਦਿਸਦਾ ਨਹੀਂ ਹੈ ਵਿਦਵਾਨ। ਚਤਰ ਕਹਾਵੈ ਪਾਂਡੇ, ਪੰਡੇ ਨਾਮ ਬੁੱਧੀ ਵਾਲੇ ਦਾ ਹੈ, ਆਪਣੇ ਆਪ ਨੂੰ ਹੈ ਪੰਡਿਆ ਬੁੱਧੀ ਵਾਲਾ ਚਤੁਰ ਕਹਾਉਣਾ ਹੈ। ਬਾਹਰ ਕਾ ਮਾਸ ਮੰਦਾ ਸੁਆਮੀ, ਕਹਿਣ ਲੱਗਾ ਮਹਾਰਾਜ ਤੁਸੀਂ ਤਾਂ ਘਰ ਦਾ ਹੀ ਗਿਣਨ ਲੱਗ ਗਏ। ਮਹਾਰਾਜ ਸਾਹਿਬ ਕਹਿਣ ਲੱਗੇ ਠੀਕ ਹੈ ਪੰਡਿਤ ਜੀ, ਬਾਹਰ ਕਾ ਮਾਸ ਮੰਦਾ ਸੁਆਮੀ, ਸੁਆਮੀ ਜੀ ਬਾਹਰਲਾ ਮਾਸ ਤੁਹਾਨੂੰ ਮੰਦਾ ਭੈੜਾ ਲੱਗਦਾ ਹੈ। ਘਰ ਕਾ ਮਾਸ ਇਹ ਚੰਗੀਆ, ਨਿਆਣਿਆਂ ਨੂੰ ਘਰਦਿਆਂ ਨੂੰ ਸਾਂਭ ਕੇ ਰੱਖੀ ਚੱਲਿਆ ਕਰੋ, ਇਹ ਚੰਗਾ ਮਾਸ ਹੈ ਨਾ, ਘਰ ਦਾ ਤੁਹਾਨੂੰ ਸਾਂਭਿਆ ਹੋਇਆ। ਜੀਏ ਜੰਤ ਸਭ ਮਾਸ ਹੋ ਇਹ ਹੋਏ, ਜਿੰਨੇ ਜੀ ਜਨਤਾ ਸਾਰੇ ਮਾਸ ਤੋਂ ਹੀ ਪੈਦਾ ਹੋਏ ਹਨ। ਜੀਏ ਲਿਆ ਇਹ ਵਾਸੇਰਾ, ਜੀਵ ਆਤਮਾ ਨੂੰ ਮਾਸ ਦੇ ਅੰਦਰ ਹੀ ਵਾਸਾ ਲੈਣਾ ਕੀਤਾ ਹੈ। ਆ ਭਖ ਭਖ ਹੈ ਭਖ ਤਜ ਛੋੜ ਹੈ, ਦੇਖੋ ਜਿਹੜੀਆਂ ਨਾ ਖਾਣ ਵਾਲੀਆਂ ਚੀਜ਼ਾਂ, ਪਰਾਈ ਇਸਤਰੀ ਦਾ ਗਮਨ ਕਰਨਾ, ਤਮਾਕੂ ਪੀਣਾ, ਇਸ ਤਰ੍ਹਾਂ ਦੇ ਜਿਹੜੇ ਨਾ ਖਾਣ ਵਾਲੀਆਂ ਚੀਜ਼ਾਂ ਉਹ ਤਾਂ ਖਾਈ ਜਾਂਦੇ ਹੋ, ਨਾ ਭਖਣ ਵਾਲੀਆਂ। ਭਖ ਤਜ ਛੋੜ ਜਿਹੜੀ ਹੈ, ਖਾਣੇ ਯੋਗ ਚੀਜ਼ ਹੈ ਉਸ ਨੂੰ ਤਿਆਗ ਛੱਡਿਆ, ਤਿਆਗੀ ਬਣੇ ਬੈਠੇ ਹੋ। ਅੰਧ ਗੁਰੂ ਜਿਨ ਕੇਰਾ, ਜਿਨ੍ਹਾਂ ਦਾ ਗਿਆਨੀ ਗੁਰੂ ਹੈ ਉਹਨਾਂ ਦੀ ਇਹ ਹਾਲਤ ਹੈ। ਮਾਸੋਂ ਨਿੰਮੇ ਮਾਸੋਂ ਜੰਮੇ, ਦੇਖ ਲਓ ਸਾਰੇ ਜਿੰਨੇ ਜੀ ਹੈ ਮਾਤਾ ਦੇ ਗਰਭ ਵਿੱਚ ਮਾਸ ਤੋਂ ਹੀ ਨਿੰਮੇ ਇਸਤਤ ਹੋਏ ਹੈ, ਅਤੇ ਫਿਰ ਮਾਸ ਤੋਂ ਮਾਤਾ ਦੇ ਗਰਭ ਚੋਂ ਜਨਮ ਧਾਰਿਆ ਹੈ। ਹਮ ਮਾਸਾ ਕੇ ਭਾਂਡੇ, ਤਮਾਮ ਜਿੰਨੇ ਜੀ ਹੈ ਸਭ ਮਾਸ ਦੇ ਹੀ ਪਾਤਰ ਭਾਂਡੇ ਬਣੇ ਹੋਏ ਹਨ। ਗਿਆਨ ਧਿਆਨ ਕਛ ਸੂਝੈ ਨਾਹੀ, ਆਪ ਨੂੰ ਕੋਈ ਸਰੂਪ ਦਾ ਗਿਆਨ, ਨਿਰਗੁਣ ਦਾ ਤੇ ਧਿਆਨ ਸਰਗੁਣ ਦਾ ਕੋਈ ਦਿਸਦਾ ਨਹੀਂ ਹੈ। ਚਤਰ ਕਹਾਵੈ ਪਾਂਡੇ, ਹੇ ਪੰਡਿਆ ਆਪਣੇ ਆਪ ਨੂੰ ਚਤੁਰ ਕਹਾਉਣਾ, ਵਿਦਵਾਨ ਕਹਾਉਣਾ ਹੈ। ਮਾਸ ਪੁਰਾਣੀ ਮਾਸ ਕਤੇਬੀ, ਇਹ ਪੁਰਾਣਾਂ ਵਿੱਚ ਵੀ ਮਾਸ ਦਾ ਜ਼ਿਕਰ ਆਉਂਦਾ, ਜੱਗ ਆਦਿਕ ਕਰਨੇ, ਕਿਤਾਬਾਂ ਵਿੱਚ ਵੀ ਬਲੀਆਂ ਵਗੈਰਾ ਬੱਕਰੇ ਛਤਰੇ ਕੁਰਬਾਨ ਕਰਦੇ ਹਨ, ਕਿਤਾਬਾਂ ਵਿੱਚ ਵੀ ਜ਼ਿਕਰ ਹੈ। ਕੁਰਾਨ ਸ਼ਰੀਫ ਦੇ ਵਿੱਚ ਬਲਕਿ ਇੱਕ ਢੱਟੇ ਦੀ ਪੂਜਾ ਕਰਦੇ ਸਨ ਹਿੰਦੂ, ਤੇ ਉਹਨ ਕਿਹਾ ਕਿ ਵੀ ਰੱਬ ਦੇ ਬਰਾਬਰ ਇਹਦੀ ਪੂਜਾ ਨਹੀਂ ਚਾਹੀਦੀ, ਉਹ ਢੱਟੇ ਨੂੰ ਕਤਲ ਕੀਤਾ ਕਿ ਰੱਬ ਦੇ ਨਾਂ ਤੇ ਬਲੀ ਦਿਓ। ਉਦੋਂ ਦੇ ਗਊ ਮੁਸਲਮਾਨ ਮਾਰਨ ਲੱਗ ਗਏ ਸਨ। ਇਉਂ ਕਿਤਾਬਾਂ ਵਿੱਚ ਵੀ ਮਾਸ ਦਾ ਜ਼ਿਕਰ ਆਉਂਦਾ ਹੈ। ਦੂਸਰਾ ਇਬਰਾਹੀਮ ਨੇ ਜਿਸ ਵੇਲੇ ਬੇਨਤੀ ਕੀਤੀ ਖੁਦਾ ਦੇ ਅੱਗੇ ਕਿ ਮਹਾਰਾਜ ਮੈਨੂੰ ਆਗਿਆ ਦਿਓ
ਕਹਿਣ ਲੱਗੇ ਭਾਈ ਜਿਹੜੀ ਪਿਆਰੀ ਚੀਜ਼ ਹੈ ਉਹ ਮੈਨੂੰ ਕੁਰਬਾਨ ਕਰ। ਉਹ ਆਪਦਾ ਇਸਰਾਈਲ ਪੁੱਤਰ ਸੀ ਨਾ ਜਿਹੜਾ, ਉਸ ਦੇ ਤਾਈਂ ਇਸਮਾਈਲ ਨੂੰ ਕੁਰਬਾਨ ਕਰਨ ਵਾਸਤੇ ਤਿਆਰ ਹੋਇਆ। ਜਦੋਂ ਪੁੱਤਰ ਇਹਦੇ ਮੁਰੀਦਾਂ ਦੇ ਕੋਲੇ ਲਿਆਂਦਾ, ਕਹਿੰਦਾ ਵੀ ਪੁੱਤ ਦੇ ਗੱਲ ਤੇ ਛੁਰੀ ਨਹੀਂ ਮੇਥੋਂ ਫੇਰੀ ਜਾਂਦੀ, ਮੇਰੀਆਂ ਅੱਖਾਂ ਅੱਗੇ ਪੱਟੀ ਬੰਨ੍ਹ ਦਿਓ। ਇਸਮਾਈਲ ਨੂੰ ਉਸ ਵੇਲੇ ਉਹਨਾਂ ਮੁਰੀਦਾਂ ਨੇ ਅੱਖਾਂ ਅੱਗੇ ਪੱਟੀ ਬੰਨ੍ਹਤੀ ਪਕੰਬਰ ਇਬਰਾਹੀਮ ਦੇ, ਤੇ ਉਹਨੂੰ ਪਾਸੇ ਕਰਕੇ ਛਤਰਾ ਅੱਗੇ ਕਰਤਾ। ਕਹਿੰਦੇ ਲੈ ਵੀ ਖੁਦਾ ਨੇ ਇਹ ਬੱਕਰਿਆਂ ਛਤਰਿਆਂ ਦੀ ਬਲੀ ਪ੍ਰਵਾਨ ਕਰ ਲਈ, ਇਉਂ ਪਖੰਡ ਕਰ ਲਿਆ, ਪੁੱਤਰ ਨਹੀਂ ਦੇ ਸਕਿਆ ਸੀ। ਇਸ ਪ੍ਰਕਾਰ ਸਾਸਨੀ ਕਿਤਾਬਾਂ ਜੀ ਮਾਸਾਂ ਦਾ ਜ਼ਿਕਰ ਹੈ। ਚੌਹ ਯੁਗ ਮਾਸ ਕਮਾਣ, ਚੌਹਾਂ ਯੁਗਾਂ 'ਚ ਜੀ ਜੰਤ ਜਿੰਨੇ ਮਾਸ ਦੀ ਕਮਾਈ ਨਹੀਂ ਕਰਦੇ ਹਨ, ਸਾਰੇ ਮਾਸ ਦੀ ਜੋ ਕਮਾਈ ਕਰਦੇ ਹਨ। ਜੱਜ ਕਾਜ ਵਿਆਹ ਸੁਹਾਵੈ, ਜਦੋਂ ਜੱਜ ਪੂਜਾ ਦਾ ਸਮਾਂ ਹੋਵੇ, ਕੋਈ ਕਾਰਜ ਵਿਆਹ ਮੰਗਣੇ ਦਾ ਹੋਵੇ ਸੋਭਨੀਕ, ਉਥੈ ਮਾਸ ਸਮਾਨ। ਉੱਥੇ ਜਿਹੜੇ ਮੇਲ ਤੇ ਜਾਨੀ ਹੁੰਦੇ ਇਕੱਠੇ, ਉਹ ਸਾਰੇ ਮਾਸ ਹੀ ਸਮਾਇਆ ਹੋਇਆ ਹੁੰਦਾ ਹੈ, ਮਿਲਿਆ ਹੁੰਦਾ ਹੈ। ਇਸਤਰੀ ਪੁਰਖ ਨਿਪਜਹਿ ਮਾਸੋ, ਇਸਤਰੀ ਦੇ ਪੁਰਖ ਜਿੰਨੇ ਆ ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ। ਬਾਦਸ਼ਾਹ ਸੁਲਤਾਨ, ਜਿੰਨੇ ਪਾਤਸ਼ਾਹ ਚੱਕਰਵਰਤੀ ਉਹ ਕਿਹੜਾ ਲੋਹੇ ਦੇ ਬਣੇ ਹੋਏ ਹੈ। ਸੁਲਤਾਨ ਜਿਹੜੇ ਪਾਤਸ਼ਾਹ ਜਿਹੜੇ ਕਿਸੇ ਇਲਾਕਿਆਂ ਦੇ ਰਾਜੇ, ਤੇ ਸੁਲਤਾਨ ਚੱਕਰਵਰਤੀ ਪਾਤਸ਼ਾਹ ਵੀ ਸਾਰੇ। ਜੇ ਉਹ ਦਿਸਹਿ ਨਰਕ ਜਾਂਦੇ, ਪੰਡਤ ਜੀ ਜੇ ਉਹ ਨਰਕ ਜਾਂਦੇ ਤੁਹਾਨੂੰ ਦਿਸਦੇ ਆ ਤਾਂ ਉਨਕਾ ਦਾਨ ਨਾ ਤਾਂ ਲੈਣਾ। ਉਹ ਹੈ ਮਾਸਾਹਾਰੀ, ਉਹਨਾਂ ਦਾ ਦਾਨ ਨਾ ਤੁਸੀਂ ਲਿਆ ਕਰੋ, ਦਾਨ ਛੱਡੋ ਉਹਨਾਂ ਦਾ ਲੈਣਾ। ਦੇਂਦਾ ਨਰਕ ਸੁਰਗ ਲੈਂਦੇ, ਕਹਿੰਦੇ ਜੀ ਸਾਨੂੰ ਕੀ ਜਿਹੜੇ ਮਾਸ ਖਾਂਦੇ ਉਹ ਨਰਕ 'ਚ ਜਾਣ, ਅਸੀਂ ਤਾਂ ਦਾਨ ਦੇ ਅਧਿਕਾਰੀ ਹਾਂ, ਬ੍ਰਾਹਮਣ ਨੂੰ ਦਾਨ ਲੈਣਾ ਹੀ ਹੈ। ਮਹਾਰਾਜ ਸਾਹਿਬ ਕਹਿੰਦੇ ਵਾਹ ਬਈ ਸ਼ਾਬਾਸ਼ ਤੁਹਾਡੇ ਨਿਆਂ ਦੇ। ਦੇਂਦਾ ਨਰਕ ਸੁਰਗ ਲੈਂਦੇ, ਦੇਣ ਵਾਲਾ ਤਾਂ ਨਰਕ ਜਾਵੇ ਤੇ ਲੈਣ ਵਾਲੇ ਤੇ ਸਵਰਗ ਦੀ ਇੱਛਾ ਰੱਖੋ ਕਿ ਸਵਰਗ ਜਾਵਾਂਗੇ। ਉਹਨਾਂ ਦਾ ਕੁਧਾਨ ਖਾ ਕੇ ਤੁਸੀਂ ਕਿਉਂ ਨਾ ਨਰਕ ਜਾਓਗੇ। ਦੇਖੋ ਇਹੋ ਧਿੰਗਾਣਾ, ਦੇਖੋ ਇਹ ਬਦੋਬਰੀ ਧਿੰਗਾਣਾ ਧਿੰਗੋ ਜੋਰੀ ਹਿੱਕ ਦਾ ਧੱਕਾ ਹੀ ਕਰ ਰਹੇ ਹੋ ਨਾ ਤੁਸੀਂ। ਆਪ ਨਾ ਬੂਝੈ ਲੋਕ ਆਪ ਬੁਝਾਏ, ਤਾਂ ਸਮਝਦੇ ਨਹੀਂ ਇਸ ਗੱਲ ਨੂੰ, ਲੋਕਾਂ ਨੂੰ ਸਮਝਾਉਣੇ ਹੋ। ਪਾਂਡੇ ਖਰਾ ਇਹ ਸਿਆਣਾ, ਪੰਡਤ ਵਿਦਵਾਨ ਤੂੰ ਬੜਾ ਖਰਾ ਆਪਣੇ ਆਪ ਨੂੰ ਸਿਆਣਾ ਮੰਨਦਾ ਹੈ। ਪਾਂਡੇ ਤੂੰ ਜਾਣੈ ਹੀ ਨਾਹੀ, ਇਹ ਪੰਡਤ ਜੀ ਤੂੰ ਜਾਣਦਾ ਹੀ ਨਹੀਂ ਹੈ ਇਸ ਗੱਲ ਨੂੰ। ਕਿੱਥੋਂ ਮਾਸ ਇਹ ਉਪੰਨਾ, ਮਾਸ ਪੈਦਾ ਕਿੱਥੋਂ ਹੋਇਆ ਦੱਸ ਤੂੰ। ਤੋਇਓ ਅੰਨ ਕਮਾਦ ਕਪਾਹ, ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ। ਮਹਾਰਾਜ ਕਹਿੰਦੇ ਤੋਇਓ ਪਾਣੀ ਤੋਂ ਅੰਨ ਹੋਏ ਹੈ, ਪਾਣੀ ਤੋਂ ਕਮਾਦ ਹੋਏ ਹੈ, ਪਾਣੀ ਤੋਂ ਹੀ ਕਪਾਹਾਂ ਹੋਈਆਂ ਹਨ। ਤੋਇਓ ਤਿਰ ਭਵਨ ਇਹ ਗੰਨਾ, ਤਿੰਨੇ ਭਵਨ ਜਿੰਨੇ ਗੰਨਾ ਵਿਚਾਰੀ ਦੇ ਹੈ ਗਿਣੀ ਦੇ ਹੈ, ਸਭ ਇਹ ਪਾਣੀ ਕਰਕੇ ਪਦੈਸ਼ ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾਲੇ ਦੇਹਰਾ ਕਰਿਆ। ਤੂੰ ਆਖੈ ਹੋ ਬਹੁ ਵਿਧ ਹੱਛਾ, ਇਹ ਪੰਡਤ ਜੀ ਤੋਏ ਪਾਣੀ ਨੂੰ ਜਲ ਗੰਗਾ ਦੀਆਂ ਜਲੇ ਉੱਤੇ ਸਿਰ ਦੇ ਚੜਾਉਣੇ ਹੋ, ਗੰਗਾ ਜਲੀ ਜੈ ਗੰਗਾ ਇਉਂ ਕਰਦੇ ਹੋ। ਇਹ ਤੋਏ ਪਾਣੀ ਨੂੰ ਆਖੇ ਹੋ, ਆਖਦੇ ਹੋ, ਆਖੇ ਹੋ ਇਕੱਠਾ ਪਾਠ ਕਰਨਾ। ਤੁਸੀਂ ਆਖਦੇ ਹੋ ਕਿ ਬਹੁਤ ਵਿਧੀ ਪੂਰਵਕ ਅੱਛਾ ਹੈ। ਆਖੇ ਜੇ ਤੁਸੀਂ ਕਹੋ ਪਾਣੀ ਕਹਿੰਦਾ ਮੈਂ ਬਹੁਤ ਵਿਧ ਅੱਛਾ ਹੈ, ਇਹ ਪਾਣੀ ਤਾਂ ਆਪਣੀ ਜਵਾਨੋਂ ਕੀ ਕਹਿਣਾ ਸੀ, ਪਾਣੀ ਨੂੰ ਆਖਦੇ ਹੋ ਤੁਸੀਂ ਇਹ ਬਹੁਤ ਵਿਧੀ ਪੂਰਵਕ ਅੱਛਾ ਪਵਿੱਤਰ ਹੈ। ਤੂੰ ਐ ਬਹੁਤ ਬਿਕਾਰਾ, ਇਹ ਪਾਣੀ ਚੋਂ ਹੀ ਸਾਰੇ ਵਿਕਾਰ ਪੈਦਾ ਹੋਏ ਕਿ ਨਾ ਜਿੰਨੀਆਂ ਚੀਜ਼ਾਂ ਪੈਦਾ ਹੋਈਆਂ ਹਨ। ਇਤੇ ਰਸ ਛੂਟ ਹੋਵੇ ਸੰਨਿਆਸੀ, ਇੱਕ ਤਾਂ ਅੰਨ ਨਾ ਖਾਇਆ ਕਰੋ, ਅਤੇ ਇੱਕ ਗੰਨਾ ਨਾ ਚੂਪਿਆ ਕਰੋ, ਇੱਕ ਕਪਾਹ ਦੇ ਬਸਤਰ ਨਾ ਪਹਿਰਿਆ ਕਰੋ। ਇਉਂ ਇੰਨੇ ਸਾਰੇ ਰਸਾਂ ਨੂੰ ਛੱਡ ਦਿਓ ਤਾਂ ਵੀ ਤੂੰ ਸੰਨਿਆਸੀ ਹੋ ਸਕੇਗਾ। ਨਾਨਕ ਕਹੈ ਵਿਚਾਰਾ, ਗੁਰੂ ਸਾਹਿਬ ਜੀ ਕਹਿੰਦੇ ਵਿਚਾਰ ਅਸੀਂ ਦੱਸੀਏ ਤੁਹਾਨੂੰ, ਵੇਖ ਲਓ ਸਮਝ ਕੇ ਤੁਸੀਂ ਐਡੇ ਤਿਆਗੀ ਹੋ ਸਕਦੇ ਹੋ ਕਿ ਨਹੀਂ। ਜਦੋਂ ਤਿਆਗੀ ਹੋ ਨਹੀਂ ਸਕਦੇ ਤੇ ਫੇਰ ਤੁਸੀਂ ਮਾਸ ਜ਼ਿਕਰ ਕਰਦੇ ਹੋ। ਇਉਂ ਮਹਾਰਾਜ ਨੇ ਪ੍ਰੌਢਿਆਵਾਦ ਦਾ ਨਾਮ ਹੈ, ਮਾਸ ਦੀ ਪ੍ਰੌੜਤਾ ਕਰਕੇ ਉਸ ਪੰਡਤ ਨੂੰ, ਫਿਰ ਉਹ ਪੰਡਤ ਨੂੰ ਗੁਰੂ ਸਾਹਿਬ ਦੀ ਸਿੱਖੀ ਧਾਰਨ ਕਰ ਲਈ ਸੀ। ਸਾਰਿਆਂ ਨੇ ਕਹਿਤਾ ਸੀ ਮੇਰਾ ਨਾਮ ਨਾਨਕ ਨਹੀਂ, ਨਾਨਕ ਤਾਂ ਇਹ ਹਨ ਜੋ ਬਿਆਸ ਲਿਖੀ ਨੂੰ ਭਵਿੱਖ ਦੇ ਪ੍ਰਾਣ 'ਚ ਕਹੇ ਹਨ। ਮੇਰਾ ਨਾਮ ਤਾਂ ਅੱਜ ਤੋਂ ਨਾਨੂ ਹੀ ਸਾਰੀ ਸਭਾ ਨੇ ਕਹਿਣਾ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਹ ਸਾਰਿਆਂ ਨੂੰ ਕਿਹਾ ਵੀ ਸਾਨੂੰ ਨਿਉਂਦਾ ਅਸੀਂ ਦਿੰਦੇ ਹਾਂ, ਸਭ ਨੂੰ ਇੱਥੇ ਭੋਜਨ ਛਕਣਾ ਪਊ। ਜਦੋਂ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਕਿਹਾ ਤੇ ਉਸ ਵਕਤ ਸਾਰੇ ਕਹਿਣ ਲੱਗੇ ਮਹਾਰਾਜ ਮਾਸ ਅਸੀਂ ਕਿਵੇਂ ਖਾ ਲਵਾਂਗੇ। ਮਹਾਰਾਜ ਕਹਿੰਦੇ ਗਊਆਂ ਬਹੁਤ ਸਾਰੀਆਂ ਚੋ ਕੇ ਮੰਗਾਈਆਂ ਹੋਈਆਂ। ਜਦੋਂ ਮਟਕਾ ਵੇਖਿਆ ਤੇ ਉਹ ਸਾਰਾ ਖੀਰ ਦਾ ਭਰਿਆ ਹੋਇਆ ਵੇਖਿਆ। ਖੀਰ ਬਣਾ ਕੇ ਸਾਰਿਆਂ ਨੂੰ ਛਕਾਤੀ, ਸਾਰਿਆਂ ਨੂੰ ਛਕਾ ਵੀ ਦਿੱਤਾ ਤੇ ਸਭਾ ਜਿੱਤ ਵੀ ਲਏ। ਇਸ ਪ੍ਰਕਾਰ ਗੁਰੂ ਸਾਹਿਬ ਦੇ ਉਹਨਾਂ ਦੇ ਪਖੰਡ ਖੰਡਣ ਵਾਸਤੇ ਇਹ ਸਤਿਗੁਰੂ ਜੀ ਨੇ ਬਚਨ ਕੀਤੇ ਹੈ। ਬਾਕੀ ਜਿਹੜੇ ਲੋਕ ਆਪਣੇ ਆਪ ਨੂੰ ਵੈਸ਼ਨੋ ਕਹਾਉਂਦੇ ਹੈ ਤੇ ਮਾਸ ਨਹੀਂ ਖਾਂਦੇ ਤੇ ਆਪਣੇ ਆਪ ਨੂੰ ਤਿਆਗੀ ਕਹਾਉਂਦੇ, ਜੀ ਤੋਂ ਚੋਰੀ ਨਹੀਂ ਛੁੱਟੀ ਸਾਧ ਸੰਗਤ ਜੀ,
ਜੀ ਤੋਂ ਵਿਵਚਾਰ ਨਹੀਂ ਛੁੱਟਿਆ, ਜੀ ਤੋਂ ਤਮਾਕੂ ਨਹੀਂ ਛੁੱਟਿਆ, ਉਹ ਵੈਸ਼ਨੋ ਕਿਵੇਂ ਹੋ ਸਕਦਾ ਹੈ? ਜਿਹੜਾ ਆਦਮੀ ਇਹਨਾਂ ਸਾਰੇ ਔਗਣਾਂ ਨੂੰ ਛੱਡ ਦੇਵੇ ਉਹਨੂੰ ਆਪਾਂ ਮਾਸ ਦਾ ਤਿਆਗੀ ਸਮਝ ਸਕਾਂਗੇ।